ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੋ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੁਕਾਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਸੇਵਕ ਜਨ ਬਨੈ ਠਾਕਰ ਲਿਵ ਲਾਗਾ। ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸੁਭਾਗਾ। ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗਾ। हमरा मन मोयो गुरमोहन हम बेसम भई मुख लागा। सेवक जन बने ठाकर लिव लागा। वाहिगुरु जी का खालसा वाहिगुरु जी की फतेह। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਵਾਸਤੇ ਧਿਆਨ ਨੂੰ ਟਿਕਾਈਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਵਡਮੁੱਲੇ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਅੱਜ ਦੇਵ ਗੰਧਾਰੀ ਜੋ ਰਾਗ ਹੈ ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਕੱਲ ਗੂਜਰੀ ਰਾਗ ਦੀ ਸਮਾਪਤੀ ਹੋਈ ਸੀ। ਭਗਤ ਜੈਦੇਵ ਜੀਆਂ ਦਾ ਪਦਾ ਆਪਾਂ ਸਰਵਣ ਕੀਤਾ ਸੀ।
ਸੋ ਰਾਗ ਦੇਵ ਗੰਧਾਰੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀਆਂ ਦਾ ਇਹ ਪਵਿੱਤਰ ਸ਼ਬਦ ਆਪਾਂ ਨੂੰ ਪ੍ਰਾਪਤ ਹੋ ਰਿਹਾ ਅਤੇ ਸਤਿਗੁਰੂ ਜੀ ਮੰਗਲਾਚਰਨ ਲਿਖਦੇ ਪਏ। ਇੱਕ ਓਅੰਕਾਰ, ਓਅੰਕਾਰ ਪ੍ਰਮਾਤਮਾ ਨਿਰੰਕਾਰ ਜੋ ਹੈ, ਪਾਤਸ਼ਾਹ ਜੀ ਕਹਿਣ ਲੱਗੇ ਉਹ ਇੱਕ ਹੈ। ਸੋ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸੋ ਇਹ ਗੁਰਬਾਣੀ ਦੇ ਪ੍ਰਮਾਣ ਨੇ, ਉਦਾਹਰਨਾਂ ਨੇ ਸਮਝਣ ਵਾਸਤੇ ਕਿ ਪ੍ਰਮਾਤਮਾ ਇੱਕ ਹੀ ਹੈ। ਦੁਨੀਆ ਦੇ ਲੋਕਾਂ ਨੇ ਉਹਦਾ ਨਾਮ ਵੱਖੋ ਵੱਖਰਾ ਰੱਖ ਦਿੱਤਾ, ਪਰ ਅਸਲ ਵਿੱਚ ਮੁੱਢ ਇੱਕ ਹੀ ਹੈ। ਅਵਲ ਅੱਲ੍ਹ ਨੂਰ ਉਪਾਇਆ, ਸੋ ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਏਕ ਨੂਰ ਜੋਤ ਇੱਕੋ ਹੀ ਹੈ। ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਨੂਰ ਤੋਂ, ਇੱਕੇ ਜੋਤ ਤੋਂ, ਇੱਕੇ ਪ੍ਰਕਾਸ਼ ਤੋਂ, ਇੱਕ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਸੋ ਗੁਰੂ ਪਾਤਸ਼ਾਹ ਨੇ ਏਕਾ ਲਾਇਆ ਓਅੰਕਾਰ ਦੇ ਨਾਲ ਵੀ ਭਾਈ ਉਹ ਇੱਕ ਹੈ। ਅਗਲਾ ਬਚਨ ਮਹਾਰਾਜ ਨੇ ਲਿਖਿਆ ਸਤਨਾਮ। ਉਹਦਾ ਜਿਹੜਾ ਨਾਮ ਹੈ ਉਹ ਸਦਾ ਵਾਸਤੇ ਰਹਿਣ ਵਾਲਾ ਹੈ। ਸੋ ਉਸ ਦਾ ਨਾਮ ਸਤ ਹੈ। ਸਤ ਤੋਂ ਭਾਵ ਸੱਚਾ ਹੈ, ਉਹ ਸੱਚੇ ਨਾਮ ਵਾਲਾ ਹੈ। ਸਤ ਤੋਂ ਭਾਵ ਸਦਾ ਰਹਿਣ ਵਾਲਾ, ਉਹਦਾ ਨਾਮ ਸਦਾ ਰਹਿਣ ਵਾਲਾ ਹੈ। ਜਦੋਂ ਤੋਂ ਇਹ ਦੁਨੀਆ ਬਣੀ ਹੈ, ਜਦੋਂ ਤੱਕ ਇਹ ਦੁਨੀਆ ਬਣੀ ਹੈ, ਬਣੀ ਰਹੇਗੀ, ਉਹਨਾਂ ਚਿਰ ਲੋਕ ਉਹਦੇ ਨਾਮ ਨੂੰ ਜਪਦੇ ਰਹਿਣਗੇ। ਸੋ ਉਸ ਦਾ ਨਾਮ ਸੱਚਾ ਹੈ। ਐਸਾ ਉਹ ਪਰਮਾਤਮਾ ਹੈ। ਕਰਤਾ ਪੁਰਖ, ਉਹ ਪਰਮਾਤਮਾ ਸਾਰਿਆਂ ਨੂੰ ਕਰਤਾ ਕਹੀਏ ਬਣਾਉਣ ਵਾਲਾ ਹੈ। ਸੋ ਕੋਟ ਬ੍ਰਹਮੇ ਜਗ ਸਾਜਣ ਲਾਏ, ਕਰੋੜਾਂ ਬਰਮੇ ਬਣਾ ਕੇ ਧਰਤੀ ਬਣਾਉਣ ਵਿੱਚ, ਸੰਸਾਰ ਬਣਾਉਣ ਵਿੱਚ ਲੱਗਾ ਹੋਇਆ। ਅਸਲ ਦੇ ਵਿੱਚ ਸਾਰਿਆਂ ਵਿੱਚ ਉਹ ਆਪ ਹੀ ਬੈਠਾ ਹੋਇਆ, ਸਾਰਿਆਂ ਨੂੰ ਕਰਤਾ ਕਰਨ ਵਾਲਾ ਹੈ। ਭਾਵੇਂ ਕਿ ਸੰਸਾਰ ਦੇ ਵਿੱਚ ਘੜੇ ਬਣਾਉਣ ਵਾਲੇ ਘੁਮਿਆਰ ਨੂੰ ਕਰਤਾ ਮੰਨਿਆ ਜਾਂਦਾ ਹੈ, ਗਹਿਣਾ ਬਣਾਉਣ ਵਾਲਾ ਸੁਨਿਆਰ ਨੂੰ ਕਰਤਾ ਮੰਨਿਆ ਜਾਂਦਾ, ਪਰ ਗਹਿਣੇ ਦੇ ਵਿੱਚ ਸੁਨਿਆਰਾ ਆਪ ਨਹੀਂ ਬੈਠਦਾ, ਘੜੇ ਵਿੱਚ ਘੁਮਿਆਰ ਆਪ ਨਹੀਂ ਬੈਠਦਾ। ਘੜਾ ਟੁੱਟ ਗਿਆ, ਸਾਬਤ ਹੈ, ਸੁਖੀ ਹੈ ਕਿ ਦੁਖੀ ਹੈ ਜਾਣਦਾ ਨਹੀਂ। ਪਰ ਪਰਮਾਤਮਾ ਇਹੋ ਜਿਹਾ ਕਰਤਾ ਹੈ, ਜਿੱਥੇ ਦੁਨੀਆ ਬਣਾਉਂਦਾ ਹੈ ਉੱਥੇ ਉਹਦੇ ਵਿੱਚ ਆਪ ਵੀ ਉਹ ਪ੍ਰਵੇਸ਼ ਕਰਦਾ ਹੈ, ਆਪ ਵੀ ਬੈਠਾ ਹੈ। ਐਸਾ ਉਹ ਕਰਤਾ ਹੈ। ਅਤੇ ਪੁਰਖ ਪੂੰ ਇਤਿਆਦਿਕ ਜਿਹੜੇ ਨਰਕ ਨੇ, ਸ਼ਾਸਤਰਾਂ ਦੇ ਵਿੱਚ 18 ਤਰ੍ਹਾਂ ਦੇ 18 ਕਿਸਮਾਂ ਦੇ ਵੱਖ-ਵੱਖ ਨਰਕਾਂ ਦਾ ਜ਼ਿਕਰ ਆਉਂਦਾ। ਸਭ ਤੋਂ ਭਿਆਨਕ ਨਰਕ ਪੂੰ ਨਰਕ ਨੂੰ ਮੰਨਿਆ ਜਾਂਦਾ। ਕਹਿਣ ਲੱਗੇ ਪੁਰਖ ਪੂੰ ਇਤਿਆਦਿਕ ਜਿਹੜੇ ਹੋਰ ਨਰਕ ਨੇ ਉਹਨਾਂ ਤੋਂ ਰੱਖ ਕਹੀਏ ਰੱਖਿਆ ਕਰਨ ਵਾਲਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਉਹ ਇਕੱਲਾ ਹੀ ਪੁਰਖ ਸਰੂਪ ਹੈ। ਏਕਾ ਪੁਰਖ ਸਬਾਈ ਨਾਰ, ਜਿੰਨੇ ਵੀ ਜੀਵ ਜੰਤੂ ਨੇ ਸਾਰੀਆਂ ਉਸ ਦੀਆਂ ਇਸਤਰੀਆਂ ਨੇ, ਉਹ ਇਕੱਲਾ ਪੁਰਖ ਸਰੂਪ ਹੈ। ਨਿਰਭਉ, ਉਹ ਪਰਮਾਤਮਾ ਨਿਰਭਉ ਹੈ, ਉਸਨੂੰ ਕਿਸੇ ਦਾ ਡਰ ਨਹੀਂ ਹੈ। ਸਗਲ ਸਮਗਰੀ ਮੋਹਿ ਵਿਆਪੀ, ਇਹ ਜਿੰਨੀ ਸ੍ਰਿਸ਼ਟੀ ਹੈ ਨਾ, ਜਿੰਨੀ ਦੁਨੀਆ ਹੈ, ਸਗਲ ਸਮਗਰੀ ਡਰਹਿ ਵਿਆਪੀ, ਇਹ ਸਾਰੀ ਡਰ ਦੇ ਵਿੱਚ ਹੈ। ਭਾਵੇਂ ਕੋਈ ਰਾਜਾ ਹੈ, ਮਹਾਰਾਜਾ ਹੈ, ਭਾਵੇਂ ਕੋਈ ਗਰੀਬ ਤੇ ਅਮੀਰ, ਡਰ ਤੇ ਸਾਰਿਆਂ ਨੂੰ ਹੀ ਹੈ। ਕਿਸੇ ਨੂੰ ਸੰਸਾਰ ਦਾ ਡਰ ਹੈ, ਕਿਸੇ ਨੂੰ ਜਮਾਂ ਦਾ ਡਰ ਹੈ, ਕਿਸੇ ਨੂੰ ਮੌਤ ਦਾ ਡਰ ਹੈ, ਕਿਸੇ ਨੂੰ ਬਿਮਾਰੀ ਦਾ ਡਰ ਹੈ, ਕਿਸੇ ਨੂੰ ਦੁੱਖ ਦਾ ਡਰ ਹੈ। ਦੁਨੀਆ ਸਾਰੀ ਡਰ ਦੇ ਵਿੱਚ ਹੈ। ਬਿਨ ਡਰ ਕਰਨੇ ਹਾਰਾ, ਜਿਹੜਾ ਕਰਨ ਵਾਲਾ ਪਰਮਾਤਮਾ ਬਣਾਉਣ ਵਾਲਾ, ਉਹਨੂੰ ਡਰ ਕਿਸੇ ਦਾ ਨਹੀਂ ਹੈ, ਉਹ ਡਰ ਤੋਂ ਰਹਿਤ ਹੈ। ਇਸ ਕਰਕੇ ਨਿਰਭਉ, ਭਉ ਨਾਮ ਹੈ ਖੌਫ ਦਾ, ਡਰ ਦਾ, ਉਹ ਡਰ ਤੋਂ ਨਿਰਾ ਰਹਿਤ ਹੈ। ਨਿਰਵੈਰ, ਉਹ ਪਰਮਾਤਮਾ ਫਿਰ ਕਿਸੇ ਨਾਲ ਵੈਰ ਨਹੀਂ ਕਰਦਾ। ਸੰਸਾਰ ਵਿੱਚ ਪਸ਼ੂ ਦੇ ਨਾਲ ਪਸ਼ੂ ਦਾ ਵੈਰ ਹੁੰਦਾ, ਪੰਛੀ ਆਪਸ ਵਿੱਚ ਲੜਦੇ ਲੋਕਾਂ ਨੇ ਵੇਖੇ ਨੇ, ਜਾਨਵਰ ਲੜਦੇ ਵੇਖੇ ਨੇ, ਮਨੁੱਖ ਵੀ ਲੜਦੇ ਵੇਖੇ ਨੇ, ਰਾਜੇ ਵੀ ਲੜਦੇ ਵੇਖੇ ਨੇ, ਦੇਵਤੇ ਵੀ ਲੜਦੇ ਵੇਖੇ ਨੇ, ਪੈਗੰਬਰ ਵੀ ਲੜਦੇ ਵੇਖੇ ਨੇ, ਅਵਤਾਰ ਵੀ ਲੜਦੇ ਵੇਖੇ। ਪਰ ਉਹ ਪਰਮਾਤਮਾ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ,
ਕਿਸੇ ਨਾਲ ਵੈਰ ਨਹੀਂ ਕਰਦਾ ਹੈ। ਅਕਾਲ ਮੂਰਤ ਉਹਦੀ ਜਿਹੜੀ ਮੂਰਤੀ ਸਰੂਪ ਹੈ ਨਾ, ਉਹ ਅਕਾਲ ਹੈ, ਉਹਦੇ ਤੇ ਸਮੇਂ ਦੀ ਪਾਬੰਦੀ ਨਹੀਂ ਹੈ। ਸਾਡੀ ਮੂਰਤੀ, ਸਾਡਾ ਸਰੀਰ ਸਮੇਂ ਦਾ ਪਾਬੰਦ ਹੈ। ਸਮਾਂ ਸੀ ਸਾਡਾ ਜਨਮ ਹੋਇਆ, ਸਮਾਂ ਸੀ ਬਚਪਨ ਸੀ, ਸਮਾਂ ਹੈ ਜਵਾਨੀ ਹੈ, ਸਮਾਂ ਆਵੇਗਾ ਬੁੱਢੇ ਹੋਣਾ, ਸਮਾਂ ਆਉਣਾ ਦੁਨੀਆ ਛੱਡ ਜਾਣੀ ਹੈ। ਪਰਮਾਤਮਾ ਦੇ ਉੱਪਰ ਸਮਾਂ ਲਾਗੂ ਨਹੀਂ ਹੁੰਦਾ, ਨਾ ਜਨਮ ਹੈ, ਨਾ ਜਵਾਨੀ ਹੈ, ਨਾ ਬੁਢੇਪਾ, ਨਾ ਮੌਤ ਹੈ। ਉਹਦੀ ਜਿਹੜੀ ਮੂਰਤੀ ਹੈ, ਸਰੂਪ, ਉਹ ਅਕਾਲ ਹੈ, ਕਾਲ ਤੋਂ ਰਹਿਤ, ਸਮੇਂ ਤੋਂ ਰਹਿਤ। ਜਾਂ ਕਹਿ ਲਈਏ ਉਹਦਾ ਸਰੂਪ ਮੌਤ ਤੋਂ ਰਹਿਤ ਹੈ, ਮੌਤ ਵੀ ਨਹੀਂ ਆਉਂਦੀ ਹੈ। ਐਸਾ ਉਹ ਪਰਮਾਤਮਾ ਹੈ। ਅਜੂਨੀ ਸੈਭੰ ਉਹ ਪਰਮਾਤਮਾ ਜੂਨਾਂ ਤੋਂ ਰਹਿਤ ਹੈ, ਕਦੇ ਜੂਨਾਂ ਵਿੱਚ ਜਨਮਾਂ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋਂ ਜੋ ਕਹਿ ਹੈ ਠਾਕੁਰ ਜੋਨੀ। ਜਿਹੜਾ ਮੂੰਹ ਇਹ ਗੱਲ ਕਹਿੰਦਾ ਵੀ ਰੱਬ ਜੂਨਾਂ ਵਿੱਚ ਆਇਆ, ਉਹ ਮੂੰਹ ਸੜ ਜਾਵੇ। ਇਹ ਗੁਰਬਾਣੀ ਦਾ ਬਚਨ ਹੈ। ਅਕਾਲ ਪੁਰਖ ਕਦੇ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਤੋਂ ਬਾਹਰ ਹੀ ਹੈ। ਤੇ ਸਹਿ ਭੰਗ ਸੁਤੇ ਸਿੱਧ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਹੋ ਰਿਹਾ। ਜਿਸ ਤਰ੍ਹਾਂ ਸਾਡਾ ਆਸਰਾ ਕੋਈ ਹੈ, ਪਰਮਾਤਮਾ ਦਾ ਕੋਈ ਆਸਰਾ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਹੀ ਬਣਿਆ ਹੈ। ਉਹ ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ ਹੈ। ਉਹਨੂੰ ਪ੍ਰਕਾਸ਼ ਕਰਨ ਵਾਲਾ ਕੋਈ ਨਹੀਂ ਹੈ। ਜਿਸ ਤਰ੍ਹਾਂ ਕਿ ਬਲਬ ਪ੍ਰਕਾਸ਼ ਕਰਦਾ ਪਿਆ, ਆਪਣੇ ਆਪ ਨਹੀਂ ਹੋ ਰਿਹਾ, ਇਹਨੂੰ ਬਿਜਲੀ ਪ੍ਰਕਾਸ਼ ਕਰਦੀ ਪਈ ਹੈ। ਬਿਜਲੀ ਆਪਣੇ ਆਪ ਤੋਂ ਨਹੀਂ ਬਣੀ ਹੈ, ਉਹਨੂੰ ਬਣਾਉਣ ਵਾਸਤੇ ਪਾਣੀ ਦੀ ਲੋੜ ਪਈ ਹੈ। ਪਾਣੀ ਆਪਣੇ ਆਪ ਤੋਂ ਨਹੀਂ ਬਣਿਆ ਹੈ, ਉਹਨੂੰ ਪੈਦਾ ਕਰਨ ਵਾਲੀ ਬਰਫ਼ ਹੈ। ਬਰਫ਼ ਆਪਣੇ ਆਪ ਨਹੀਂ ਬਣੀ, ਉਹਨੂੰ ਪੈਦਾ ਕਰਨ ਵਾਸਤੇ ਠੰਡ ਹੈ। ਕਈ ਕੁਝ ਅੱਗੇ ਤੋਂ ਅੱਗੇ ਚੱਲ ਪੈਂਦਾ। ਦੁਨੀਆ ਵਿੱਚ ਜੋ ਵੀ ਚਮਕਦਾ ਹੈ, ਜੋ ਵੀ ਦਿਸਦਾ ਹੈ, ਜੋ ਵੀ ਪ੍ਰਕਾਸ਼ ਕਰਦਾ, ਉਹ ਦੂਜੇ ਦੇ ਉੱਪਰ ਨਿਰਭਰ ਹੈ। ਚੰਦਰਮਾ ਜੇ ਪ੍ਰਕਾਸ਼ ਦਿੰਦਾ ਪਿਆ, ਸੂਰਜ 'ਤੇ ਨਿਰਭਰ ਹੈ। ਜੇ ਸੂਰਜ ਪ੍ਰਕਾਸ਼ ਕਰਦਾ ਪਿਆ, ਉਹ ਵੀ ਕਿਸੇ 'ਤੇ ਨਿਰਭਰ ਹੈ। ਪਰ ਪਰਮਾਤਮਾ ਸਹਿ ਭੰਗ, ਕਿਸੇ 'ਤੇ ਨਿਰਭਰ ਨਹੀਂ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲਾ ਹੈ। ਗੁਰ ਪ੍ਰਸਾਦ ਐਸੇ ਅਕਾਲ ਪੁਰਖ ਦੀ ਜੇ ਪ੍ਰਾਪਤੀ ਕਰਨੀ ਹੈ, ਗੁਰ ਪ੍ਰਸਾਦ, ਤੈਨੂੰ ਗੁਰੂ ਦੀ ਕਿਰਪਾ ਲੈਣੀ ਪਵੇਗੀ। ਜੇ ਤੂੰ ਇੱਕ ਓੰਕਾਰ ਨੂੰ ਮਿਲਣਾ ਚਾਹੁੰਦਾ, ਸਤਨਾਮ ਨੂੰ ਮਿਲਣਾ ਚਾਹੁੰਦਾ, ਨਿਰਭਉ ਤੇ ਨਿਰਵੈਰ ਨੂੰ ਮਿਲਣਾ ਚਾਹੁੰਦਾ, ਅਕਾਲ ਮੂਰਤ ਨੂੰ ਮਿਲਣਾ ਚਾਹੁੰਦਾ, ਜੂਨਾਂ ਤੋਂ ਰਹਿਤ ਨੂੰ ਮਿਲਣਾ ਚਾਹੁੰਦਾ, ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ ਸਰੂਪ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਤੇ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਲੈ, ਗੁਰੂ ਦੀ ਕਿਰਪਾ ਲੈ, ਤਾਂ ਪ੍ਰਾਪਤੀ ਹੋਣੀ ਹੈ। ਰਾਗ ਦੇਵ ਗੰਡਾਰੀ ਮਹੱਲਾ ਚੌਥਾ ਘਰ ਪਹਿਲਾ। ਇਹ ਰਾਗ ਦਾ ਨਾਮ ਦੇਵ ਗੰਧਾਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਪਾਂ ਰਾਗਮਾਲਾ ਪੜ੍ਹਦੇ ਹਾਂ, ਰਾਗਮਾਲਾ ਬਾਣੀ ਦੇ ਵਿੱਚ ਇਸ ਨੂੰ ਰਾਗ ਨਹੀਂ ਲਿਖਿਆ, ਰਾਗ ਨਹੀਂ ਲਿਖਿਆ। ਰਾਗਣੀ ਤੋਂ ਭਾਵ ਹੈ ਰਾਗ ਦੀ ਘਰਵਾਲੀ। ਦੁਤੀਆ ਮਾਲ ਕੌਸਕਾ ਲਾਪੈ, ਸੰਗ ਰਾਗਨੀ ਪੰਚੋ ਥਾਪੈ, ਗੌਂਡ ਕਰੀ ਅਰ ਦੇਵ ਗੰਧਾਰੀ। ਇਹ ਬਚਨ ਆਪਾਂ ਪੜ੍ਹਿਆ। ਮਾਲ ਕੌਸਕ ਰਾਗ ਹੈ। 6 ਵੱਡੇ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਤੇ ਦੂਜਾ ਵੱਡਾ ਰਾਗ ਮਾਲ ਕੌਸਕ ਮਹਾਰਾਜ ਨੇ ਲਿਖਿਆ। ਇਹ ਮਾਲ ਕੌਸਕ ਦੀਆਂ 5 ਇਸਤਰੀਆਂ ਨੇ, 5 ਤੀਵੀਆਂ ਨੇ ਉਸ ਦੀਆਂ, ਅਤੇ 5 ਦੇ ਵਿੱਚੋਂ ਇੱਕ ਦਾ ਨਾਮ ਦੇਵ ਗੰਧਾਰੀ ਹੈ। ਇਹ ਮਾਲ ਕੌਸਕ ਰਾਗ ਦੀ ਘਰਵਾਲੀ ਇਸਤਰੀ ਹੈ, ਇਸ ਕਰਕੇ ਇਸ ਨੂੰ ਦੇਵ ਗੰਧਾਰੀ ਰਾਗ ਨਹੀਂ ਲਿਖਿਆ ਹੈ। ਇਹ ਰਾਗ ਨਹੀਂ ਹੈ। ਸੋ ਮਹਾਰਾਜ ਜੀਆਂ ਨੇ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਕੀਤਾ। ਇਸ ਨੂੰ ਗਾਉਣ ਦਾ ਸਮਾਂ ਦੁਪਹਿਰ ਤੋਂ ਸ਼ੁਰੂ ਕਰਕੇ ਤੇ ਅੱਧੀ ਰਾਤ ਤੱਕ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਭਾਵ ਕਿ ਦੁਪਹਿਰ ਤੋਂ ਲੈ ਕੇ ਅੱਧੀ ਰਾਤ ਤੱਕ ਅੱਧਾ ਸਮਾਂ 12 ਘੰਟੇ ਜਦੋਂ ਮਰਜ਼ੀ ਇਸ ਰਾਗਨੀ ਨੂੰ ਗਾਇਆ ਜਾ ਸਕਦਾ, ਜੋ ਦੇਵ ਗੰਧਾਰੀ ਰਾਗਨੀ ਹੈ। ਇਹ ਵਿਦਵਾਨਾਂ ਨੇ, ਜਿਹੜੇ ਰਾਗ ਦੇ ਗਵਈਏ ਨੇ, ਰਾਗ ਦੇ ਜਾਣਕਾਰ ਨੇ, ਉਹਨਾਂ ਨੇ ਸਮਾਂ ਲਿਖਿਆ ਵੀ 12 ਘੰਟੇ ਦੁਪਹਿਰ ਤੋਂ ਲੈ ਕੇ ਅੱਧੀ ਰਾਤ ਤੱਕ ਇਸ ਰਾਗ ਨੂੰ ਜਦੋਂ ਮਰਜ਼ੀ ਸ਼ਾਮ ਨੂੰ ਜਾਂ ਰਾਤ ਸ਼ੁਰੂ ਹੋਣ ਵੇਲੇ ਜਾਂ ਰਾਤ ਸ਼ੁਰੂ ਹੋ ਗਈ ਹੈ ਜਾਂ ਦੁਪਹਿਰ ਵੇਲੇ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਸੇਵਕ ਜਨ ਬਨੈ ਠਾਕਰ ਲਿਵ ਲਾਗੈ। ਰਾਮਦਾਸ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸੇਵਕ ਜਨ ਕੌਣ ਬਣਦੇ ਨੇ? ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਠਾਕੁਰ ਲਿਵ ਲਾਗੇ, ਜਿਨ੍ਹਾਂ ਨੇ ਠਾਕੁਰ ਦੇ ਵਿੱਚ ਲਿਵ ਲਾਈ ਹੈ। ਲਿਵ ਤੋਂ ਭਾਵ ਜਿਨ੍ਹਾਂ ਨੇ ਧਿਆਨ ਜੋੜਿਆ ਠਾਕੁਰ ਦੇ ਵਿੱਚ, ਪਰਮਾਤਮਾ ਦੇ ਵਿੱਚ, ਸੇਵਕ ਜਨ ਬਣੇ, ਉਹ ਸੇਵਕ ਜਨ ਬਣਦੇ ਨੇ। ਸੇਵਕ ਉਹ ਨੇ
ਜਿਹੜੇ ਠਾਕੁਰ ਪਰਮਾਤਮਾ ਦੇ ਵਿੱਚ ਆਪਣੇ ਲਿਵ ਕਹੀਏ ਧਿਆਨ ਨੂੰ ਜੋੜਦੇ ਨੇ। ਸਾਚੀ ਲਿਵੈ ਬਿਨ ਦੇਹ ਨ ਮਾਨੀ, ਸੱਚੀ ਲਿਵ ਤੋਂ ਬਿਨਾਂ ਤੇ ਵਿਚਾਰੀ ਸਰੀਰ ਦਾ ਵੀ ਕੀ ਕਰਨਾ ਹੈ। ਲਿਵ ਤੋਂ ਭਾਵ ਹੁੰਦਾ ਧਿਆਨ ਜੋੜਨਾ। ਜਿਨ੍ਹਾਂ ਦਾ ਧਿਆਨ ਠਾਕੁਰ ਦੇ ਨਾਲ ਜੁੜਿਆ ਉਹ ਵੱਡਿਆਂ ਭਾਗਾਂ ਵਾਲੇ ਸੇਵਕ ਹਨ। ਜੋ ਤੁਮਰਾ ਜਸ ਕਹਤੇ ਗੁਰਮਤ, ਤਿਨ ਮੁਖ ਭਾਗ ਸੁਭਾਗੈ। ਗੁਰਮਤ ਤੋਂ ਭਾਵ ਹੁੰਦਾ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਲੈ ਕੇ ਜਿਨ੍ਹਾਂ ਨੇ ਪਰਮਾਤਮਾ ਦਾ ਜਸ ਕੀਤਾ ਹੈ। ਕਿਉਂਕਿ ਜਸ ਵੀ ਗੁਰੂ ਤੋਂ ਬਿਨਾਂ ਨਹੀਂ ਕੀਤਾ ਜਾਏਗਾ। ਗੁਰੂ ਦੇ ਕੋਲੋਂ ਅਕਲ ਲੈਣੀ ਪਵੇਗੀ, ਸੋਝੀ ਲੈਣੀ ਪਵੇਗੀ, ਗੁਰੂ ਦੇ ਕੋਲੋਂ ਉਦਮ ਮਿਲੇਗਾ, ਗੁਰੂ ਕੋਲੋਂ ਬਖਸ਼ਿਸ਼ ਮਿਲੇਗੀ, ਗੁਰੂ ਪੜ੍ਹਾਵੇਗਾ ਤੇ ਫਿਰ ਜਾ ਕੇ ਗੱਲ ਬਣਨੀ ਹੈ। ਹੁਣ ਸੰਸਾਰ ਵਿੱਚ ਰਹਿੰਦਿਆਂ ਅਸੀਂ ਕੋਈ ਇਮਤਿਹਾਨ ਪਾਸ ਕਰਦੇ ਹਾਂ, ਕੋਈ ਡਿਗਰੀ ਪਾਸ ਕਰਦੇ ਹਾਂ, ਕੋਈ ਡਿਪਲੋਮਾ ਵਗੈਰਾ ਕਰਦੇ ਹਾਂ, ਅਤੇ ਉਹਦੇ ਵਾਸਤੇ ਪਹਿਲਾਂ ਗੁਰੂ ਕੋਲੋਂ ਜਾ ਕੇ, ਟੀਚਰ ਕੋਲੋਂ ਜਾ ਕੇ ਪੜ੍ਹਨਾ ਪੈਂਦਾ। ਉਹ ਦੱਸਦਾ, ਸਾਰੀ ਗੱਲਬਾਤ ਸਮਝਾਉਂਦਾ ਹੈ, ਅਤੇ ਫਿਰ ਅਸੀਂ ਆਪਣਾ ਪੇਪਰ ਦੇ ਕੇ ਅਤੇ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੁੰਦੇ ਹਾਂ। ਇਸੇ ਤਰ੍ਹਾਂ ਭਾਈ ਧਰਮ ਦੇ ਵਿੱਚ ਵੀ ਜੇ ਤੂੰ ਪਾਸ ਹੋਣਾ ਚਾਹੁੰਦਾ, ਨਿਰੰਕਾਰ ਨੂੰ ਮਿਲਣਾ ਚਾਹੁੰਦਾ, ਤੇ ਗੁਰੂ ਇੱਥੇ ਟੀਚਰ ਹੈ, ਪੜ੍ਹਾਉਣ ਵਾਲਾ। ਗੁਰਮਤ, ਤਾਂ ਹੀ ਮਹਾਰਾਜ ਨੇ ਆਖਿਆ, ਗੁਰ ਕੀ ਮਤੂ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹੜੇ ਕਹਿੰਦੇ ਮੈਂ ਬੜਾ ਸਿਆਣਾ, ਤੇਰੇ ਵਰਗੇ ਬੜੇ ਸਿਆਣੇ ਦੁਨੀਆ 'ਤੇ ਪਹਿਲਾਂ ਆ ਚੁੱਕੇ ਨੇ, ਆ ਕੇ ਇੱਥੋਂ ਜਾ ਵੀ ਚੁੱਕੇ ਨੇ, ਪਰ ਉਹ ਡੋਬੀ ਗਏ ਸੰਸਾਰ ਵਿੱਚ, ਖਟਿਆ ਕੁਝ ਨਹੀਂ ਹੈ। ਗੁਰੂ ਦੀ ਮੱਤ ਲੈ ਕੇ ਤੁਰੇਗਾ ਤੇ ਫਿਰ ਤਰ ਜਾਏਗਾ। ਮਹਾਰਾਜ ਕਹਿਣ ਲੱਗੇ, ਜੋ ਤੁਮਰਾ ਜਸ ਕਹਤੇ ਗੁਰਮਤ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਤੇ ਫਿਰ ਅਕਾਲ ਪੁਰਖ ਜੀ ਤੁਹਾਡਾ ਜਸ ਕੀਤਾ ਹੈ, ਐਸੇ ਜਿਹੜੇ ਗੁਰਮੁਖ ਨੇ, ਤਿੰਨ ਮੁਖ ਭਾਗ ਸੁਭਾਗੇ। ਉਹ ਸੁਭਾਗਿਆਂ ਦੇ, ਵੱਡਿਆਂ ਭਾਗਾਂ ਵਾਲਿਆਂ ਦੇ ਮੁੱਖ ਭਾਗ ਕਹੀਏ ਉੱਤਮ ਭਾਗ ਨੇ। ਉਹ ਹੈ ਚੰਗੇ ਭਾਗਾਂ ਵਾਲਾ, ਉਹ ਹੈ ਵਧਾਈ ਦਾ ਪਾਤਰ, ਉਸ ਨੂੰ ਆਪਾਂ ਕਹਿ ਸਕਦੇ ਹਾਂ ਚੰਗੀ ਕਿਸਮਤ ਵਾਲਾ। ਦੁਨੀਆ ਵਿੱਚ ਸਾਨੂੰ ਕੋਈ ਪਦਾਰਥ, ਕੋਈ ਵਸਤੂ ਮਿਲੇ ਤੇ ਆਖਿਆ ਜਾਂਦਾ ਇਹਦੇ ਕਰਮ ਬੜੇ ਚੰਗੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਤਿੰਨ ਮੁਖ ਭਾਗ ਸੁਭਾਗੇ। ਸੁਭਾਗਾ ਉਹ ਹੈ, ਉੱਤਮ ਭਾਗਾਂ ਵਾਲਾ ਉਹ ਹੈ ਜਿਹਨੇ ਆਪਣੇ ਮੁਖ ਤੋਂ ਜਸ ਕੀਤਾ ਹੈ, ਜਿਹਨੇ ਆਪਣੇ ਮੁਖ ਤੋਂ ਵਡਿਆਈ ਕੀਤੀ ਹੈ ਪਰਮਾਤਮਾ ਦੇ ਨਾਮ ਦੀ। ਉਹ ਹੈ ਭਾਈ ਉੱਤਮ ਭਾਗਾਂ ਵਾਲਾ। ਫਿਰ ਫਰਮਾਉਂਦੇ ਹਨ, ਜੋ ਤੁਮਰਾ ਜਸ ਕਰਤੇ ਗੁਰਮਤ, ਤਿਨ ਮੁਖ ਭਾਗ ਸੁਭਾਗੇ। ਤੇਰਾ ਜਸ ਕੀਤਾ ਹੈ ਉਹ ਇਸ ਜਨਮ ਦੇ ਵਿੱਚ ਭਾਗਾਂ ਵਾਲੇ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਨੇ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ, ਮੂਲ ਮੰਤਰ ਦਾ ਜਾਪ ਕਰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਨੇ, ਸਹਿਜ ਪਾਠ ਕਰਨ ਵਾਲੇ ਨੇ, ਆਸਾ ਦੀ ਵਾਰ ਸੁਣਨ ਵਾਲੇ ਨੇ, ਗੁਰਬਾਣੀ ਕਥਾ ਕੀਰਤਨ ਨੂੰ ਪੜ੍ਹਨ ਜਾਂ ਕਰਨ ਵਾਲੇ ਨੇ। ਮਹਾਰਾਜ ਕਹਿੰਦੇ ਇਸ ਜਨਮ ਵਿੱਚ ਨੇ ਭਾਗਾਂ ਵਾਲੇ। ਅਤੇ ਇਸੇ ਤਰ੍ਹਾਂ ਪਿਛਲੇ ਜਨਮਾਂ ਦੇ ਵਿੱਚ ਵੀ ਉਹ ਸੁਭਾਗੇ ਸਨ, ਕਿਉਂਕਿ ਪਿਛਲੇ ਜਨਮਾਂ ਵਿੱਚ ਬੰਦਗੀ ਕੀਤੀ ਹੈ ਅਤੇ ਤਾਂ ਮਨੁੱਖਾ ਜਨਮ ਦੇ ਵਿੱਚ ਆਏ ਨੇ। ਪਿਛਲੇ ਜਨਮ ਦੇ ਵਿੱਚ ਨਾਮ ਜਪਿਆ ਅਤੇ ਤਾਂ ਪ੍ਰਮਾਤਮਾ ਨੇ ਉਹਨਾਂ ਦੇ ਕਰਮ ਲਿਖ ਦਿੱਤਾ ਵੀ ਇਸ ਜਨਮ ਵਿੱਚ ਵੀ ਉਹ ਨਾਮ ਜਪਣਗੇ। ਉਹਨਾਂ ਦਾ ਪਿਛਲਾ ਜਨਮ ਵੀ ਭਾਗਾਂ ਵਾਲਾ ਹੈ, ਇਸ ਜਨਮ ਦੇ ਵਿੱਚ ਵੀ ਉਹ ਭਾਗਾਂ ਵਾਲੇ ਹਨ। ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ, ਹਰ ਰਾਮ ਨਾਮ ਲਿਵ ਲਾਗੇ। ਰਾਮ ਦੇ ਨਾਮ ਦੇ ਵਿੱਚ ਲਿਵ ਲਾਈ ਹੈ। ਲਿਵ ਤੋਂ ਭਾਵ ਧਿਆਨ ਜੋੜਿਆ ਰਾਮ ਦੇ ਨਾਮ ਦੇ ਵਿੱਚ। ਅਸੀਂ ਰਾਮ ਦਾ ਨਾਮ ਤੇ ਜਪਦੇ ਹਾਂ, ਪਰ ਲਿਵ ਨਹੀਂ ਜੋੜਦੇ, ਲਿਵ ਨਹੀਂ ਸਾਡੀ ਜੁੜਦੀ ਹੈ, ਧਿਆਨ ਨਹੀਂ ਜੁੜਦਾ। ਨਿਤਨੇਮ ਕਰਦਿਆਂ, ਪਾਠ ਕਰਦਿਆਂ, ਸਿਮਰਨ ਕਰਦਿਆਂ ਧਿਆਨ ਜੁੜਦਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ, ਹਰ ਰਾਮ ਨਾਮ ਲਿਵ ਲਾਗੇ। ਜਿਨ੍ਹਾਂ ਨੇ ਲਿਵ ਲਾ ਕੇ, ਧਿਆਨ ਲਾ ਕੇ ਰਾਮ ਦੇ ਨਾਮ ਨੂੰ ਜਪਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਟੂਟੇ ਮਾਇਆ ਕੇ ਬੰਧਨ ਫਾਹੇ। ਇਹ ਮਾਇਆ ਜਿਹੜੀ ਬੰਧਨ ਰੂਪ ਹੈ ਨਾ, ਇਸ ਬੰਧਨ ਰੂਪ ਮਾਇਆ ਦੀ ਫਾਹੀ ਟੁੱਟ ਜਾਂਦੀ ਹੈ ਜਿਨ੍ਹਾਂ ਨੇ ਧਿਆਨ ਜੋੜ ਕੇ ਉਹਦੇ ਨਾਮ ਨੂੰ ਜਪਿਆ ਹੈ। ਹਮਰਾ ਮਨ ਮੋਹਿਓ ਗੁਰਮੋਹਨ, ਹਮ ਬਿਸਮ ਭਈ ਮੁਖ ਲਾਗੇ। ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਮੋਹਣ ਵਾਲੇ ਗੁਰਾਂ ਨੇ ਇਹੋ ਜਿਹੀ ਕਿਰਪਾ ਕੀਤੀ ਹੈ, ਸਾਡਾ ਤੇ ਮਨ ਹੀ ਮੋਹਿਆ ਹੈ। ਤੇ ਗੁਰਮੁਖੋ, ਜਿਸ ਚੀਜ਼ ਤੇ ਮਨ ਮੋਹਿਆ ਜਾਵੇ ਨਾ, ਬੰਦਾ ਵਾਰ-ਵਾਰ ਉਸ ਚੀਜ਼ ਨੂੰ ਤੱਕਦਾ ਹੈ, ਵਾਰ-ਵਾਰ ਉਹਦੇ ਕੋਲ ਜਾਂਦਾ ਹੈ, ਕਿਉਂਕਿ ਮਨ ਉੱਥੇ ਲੱਗ ਗਿਆ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਹਮਰਾ ਮਨ ਮੋਹਿਓ ਗੁਰਮੋਹਨ। ਸਾਡੇ ਤੇ ਗੁਰੂ ਨੇ ਸਾਡਾ ਮਨ ਮੋਹ ਲਿਆ ਹੈ, ਇਸ ਕਰਕੇ ਵਾਰ-ਵਾਰ ਅਸੀਂ ਗੁਰੂ ਦੇ ਦਰਵਾਜ਼ੇ ਤੇ ਆਉਂਦੇ ਹਾਂ।
ਗੁਰੂ ਨੇ ਸਾਡਾ ਮਨ ਮੋਹ ਲਿਆ ਹੈ। ਅਸੀਂ ਵਾਰ-ਵਾਰ ਤਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਗੁਰੂ ਨੇ ਮਨ ਮੋਹਿਆ ਹੈ ਤਾਂ ਅਸੀਂ ਵਾਹਿਗੁਰੂ ਮੰਤਰ ਦਾ ਚਿੰਤਨ ਕਰਦੇ ਪਏ ਹਾਂ। ਹਮਰਾ ਮਨ ਮੋਹਿਓ ਗੁਰਮੋਹਨ, ਮਨਾਂ ਨੂੰ ਮੋਹਣ ਵਾਲੇ ਜੋ ਗੁਰੂ ਪਾਤਸ਼ਾਹ ਹਨ ਉਹਨਾਂ ਨੇ ਸਾਡਾ ਮਨ ਮੋਹ ਲਿਆ ਹੈ। ਇਸ ਕਰਕੇ ਬਿਸਮ ਭਾਈ ਮੁਖ ਲਾਗੇ। ਸੋ ਮੁਖ ਲੱਗਣ ਤੋਂ ਭਾਵ ਹੁੰਦਾ ਗੁਰੂ ਦੇ ਦਰਸ਼ਨ ਕਰਨੇ। ਮੈਂ ਗੁਰੂ ਦੇ ਦਰਸ਼ਨ ਕਰਕੇ ਬਿਸਮਾਦ ਰੰਗ ਵਿੱਚ ਚਲੇ ਗਈਆਂ, ਹੈਰਾਨ ਹੋ ਗਈਆਂ ਗੁਰੂ ਦੇ ਦਰਸ਼ਨ ਕਰਕੇ, ਅਸਤਰਜਤਾਈ ਵਿੱਚ ਪਹੁੰਚ ਗਈਆਂ। ਐਸੀ ਬਖਸ਼ਿਸ਼ ਗੁਰਾਂ ਨੇ ਕੀਤੀ ਹੈ। ਸਗਲੀ ਰਹਿਣ ਸੋਈ ਅੰਧਿਆਰੀ, ਗੁਰ ਕਿੰਚਤ ਕਿਰਪਾ ਜਾਗੇ। ਅਵਿਦਿਆ ਰੂਪੀ ਜਿਹੜੀ ਰਾਤ ਹੈ ਇਹਦੇ ਵਿੱਚ ਮਹਾਰਾਜ ਕਹਿਣ ਲੱਗੇ ਜਿਹੜਾ ਜੀਵ ਹੈ ਨਾ ਭਾਈ, ਅਵਿਦਿਆ ਰੂਪੀ ਰਾਤ ਵਿੱਚ ਇਸ ਮਨੁੱਖ ਨੇ ਮੋਹ ਦੀ ਨੀਂਦ ਵਿੱਚ ਸੌ ਜਾਣਾ ਕੀਤਾ ਹੈ। ਅਵਿਦਿਆ ਤੋਂ ਭਾਵ ਅਗਿਆਨਤਾ ਦੀ ਰਾਤ ਪਈ ਹੋਈ ਹੈ ਤੇ ਮੋਹ ਦੀ ਸਾਨੂੰ ਨੀਂਦ ਆਈ ਹੋਈ ਹੈ। ਸੁੱਤੇ ਹੋਏ ਆ ਮੋਹ ਦੇ ਵਿੱਚ, ਕਦੇ ਕਿਸੇ ਦਾ ਮੋਹ ਹੈ, ਕਦੇ ਕਿਸੇ ਦਾ ਮੋਹ ਹੈ। ਗੁਰ ਕਿੰਚਿਤ ਕਿਰਪਾ ਜਾਗੇ। ਜਦੋਂ ਗੁਰੂ ਨੇ ਕਿੰਚਿਤ ਤੋਂ ਭਾਵ ਹੁੰਦਾ ਥੋੜ੍ਹੀ ਜਿਹੀ ਕਿਰਪਾ ਕੀਤੀ ਨਾ, ਥੋੜ੍ਹੀ ਜਿਹੀ ਬਖਸ਼ਿਸ਼ ਕਰ ਦਿੱਤੀ ਤੇ ਫਿਰ ਜਾਗ ਪਏ ਪਰਮੇਸ਼ਰ ਦੇ ਨਾਮ ਦੇ ਵੱਲ। ਥੋੜ੍ਹੀ ਜਿਹੀ ਕਿਰਪਾ ਕੀਤੀ। ਕਿਨਕਾ ਏਕ ਜਿਸ ਜੀ ਬਸਾਵੈ, ਇਹ ਕਿਨਕਾ ਮਾਤਰੀ ਨਾਮ ਦਿੱਤਾ। ਕਿਨਕਾ ਮਾਤਰੀ ਕਿਰਪਾ ਕਟਾਖ ਅਵਲੋਕਨ ਕੀਨੋ, ਇੱਕ ਵਾਰੀ ਬਸ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ ਇੱਕ ਛਿਨ ਵਾਸਤੇ ਤੇ ਬਖਸ਼ਿਸ਼ ਇਹੋ ਜਿਹੀ ਹੋਈ। ਫਿਰ ਮੋਹ ਦੀ ਨੀਂਦ ਤੋਂ ਉੱਠ ਪਏ ਤੇ ਜਾਗ ਪਏ ਗਿਆਨ ਅਵਸਥਾ ਦੇ ਵਿੱਚ। ਜਾਗਰਤ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਪਏ, ਉਹਦੇ ਨਾਮ ਨੂੰ ਜਪਣ ਲੱਗ ਪਏ। ਹਾਂ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ, ਮੋਏ ਤੁਮ ਸਾਰੇ ਆਵਰ ਨ ਲਾਗੇ। ਰਾਮਦਾਸ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਜੀ ਤੁਸੀਂ ਬੜੇ ਸੁੰਦਰ ਹੋ, ਸੁੰਦਰ ਸਰੂਪ ਹੋ ਕੇ ਰੂਪ ਹੂੰ ਕੇ ਰੂਪ ਹੋ। 10ਵੇਂ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਜੀ ਤੁਸੀਂ ਬਹੁਤ ਸੁੰਦਰ ਹੋ ਪ੍ਰਮਾਤਮਾ ਜੀ। ਮੋਹੇ ਤੁਮ ਸਰ ਅਵਰ ਨਾ ਲਾਗੇ, ਮੈਨੂੰ ਤੁਹਾਡੇ ਵਰਗਾ ਦੂਜਾ ਕੋਈ ਲੱਗਦਾ ਹੀ ਨਹੀਂ ਹੈ। ਦੁਨੀਆ ਵਿੱਚ ਬੜੇ ਬੜੇ ਸੋਹਣੇ ਬੰਦੇ ਨੇ, ਬੜੇ ਬੜੇ ਸੋਹਣੇ ਰੂਪਾਂ ਵਾਲੇ ਨੇ, ਬੜੇ ਬੜੇ ਗੁਣੀ ਨੇ, ਬੜੇ ਬੜੇ ਨੈਣ ਨਕਸ਼ ਉਹਨਾਂ ਦੇ ਚੰਗੇ ਨੇ, ਪਰ ਪ੍ਰਮਾਤਮਾ ਜਿਹੋ ਜਿਹਾ ਤੁਸੀਂ ਸੁੰਦਰ ਹੋ ਨਾ ਤੁਹਾਡੇ ਵਰਗਾ ਦੂਜਾ ਹੈ ਹੀ ਨਹੀਂ ਕੋਈ। ਮਹਾਰਾਜ ਬਖਸ਼ਿਸ਼ ਕਰਦੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ। ਪ੍ਰਮਾਤਮਾ ਜੀ ਤੁਸੀਂ ਬਹੁਤ ਸੁੰਦਰ ਹੋ, ਮੈਂ ਆਪ ਜੀ ਦਾ ਜਨ ਸੇਵਕ ਹਾਂ। ਮੋਹੇ ਤੁਮ ਸਰ ਅਵਰ ਨਾ ਲਾਗੇ, ਮੈਨੂੰ ਤੁਹਾਡੇ ਬਰਾਬਰ ਕੋਈ ਦੂਜਾ ਲੱਗਦਾ ਹੀ ਨਹੀਂ ਹੈ, ਕਿਉਂਕਿ ਦੂਜਾ ਕੋਈ ਤੁਹਾਡੇ ਬਰਾਬਰ ਹੈ ਨਹੀਂ ਹੈ। ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਜਗਿਆਸੂ ਆ ਕੇ ਆਪਣੇ ਮੁਰਸ਼ਿਦ ਨੂੰ, ਆਪਣੇ ਗੁਰੂ ਨੂੰ ਪੁੱਛਦਾ ਹੈ। ਜਗਿਆਸੂ ਉਹ ਹੁੰਦਾ ਜਿਹਦੇ ਮਨ ਵਿੱਚ ਇੱਛਾ ਜਾਗੀ ਹੈ ਵੀ ਰੱਬ ਨੂੰ ਮਿਲਣਾ। ਰਸਤੇ ਤੇ ਚੱਲਿਆ ਪਰ ਮਿਲਿਆ ਨਹੀਂ, ਚੱਲ ਪਿਆ ਮਿਲਣ ਵਾਸਤੇ ਪਰ ਹਾਲੇ ਮੰਜ਼ਿਲ ਤੇ ਨਹੀਂ ਪਹੁੰਚਿਆ, ਉਸ ਨੂੰ ਜਗਿਆਸੂ ਕਿਹਾ ਜਾਂਦਾ। ਕਹਿਣ ਲੱਗੇ ਇੱਛਾ ਲੈ ਕੇ ਤੁਰਨ ਵਾਲਾ ਜਿਹੜਾ ਜਗਿਆਸੂ ਹੈ ਉਹਨੇ ਬੇਨਤੀ ਕੀਤੀ ਆਪਣੇ ਗੁਰੂ ਦੇ ਕੋਲ। ਕੀ ਬੇਨਤੀ ਕੀਤੀ ਹੈ? ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਐ ਮਹਾਤਮਾ ਜੀ ਮੈਨੂੰ ਉਹ ਦੱਸੋ ਵੀ ਉਹ ਜਿਹੜਾ ਸੁੰਦਰ ਪਰਮਾਤਮਾ ਹੈ ਕਿਸ ਗਲੀ ਵਿੱਚ ਜਾਣ ਕਰਕੇ, ਕਿਸ ਗਲੀ ਵਿੱਚ ਪ੍ਰਵੇਸ਼ ਕਰਨ ਕਰਕੇ ਉਹ ਮਿਲੇਗਾ। ਇਹ ਸਵਾਲ ਹੈ। ਗਲੀ ਦੇ ਵਿੱਚ ਪ੍ਰਵੇਸ਼ ਕੀ ਕਰਨਾ ਹੈ ਵੀ ਮੈਂ ਕਿਹੜਾ ਸਾਧਨ ਕਰਾਂ, ਉਹ ਕਿਹੜਾ ਕੰਮ ਕਰਾਂ ਜਿਹੜਾ ਕੰਮ ਕਰਕੇ ਮੈਨੂੰ ਰੱਬ ਮਿਲ ਜਾਵੇ, ਪਰਮਾਤਮਾ ਮਿਲੇ। ਉਹ ਇਹੋ ਜਿਹਾ ਕੰਮ ਦੱਸੋ ਵੀ ਮੈਂ ਕਰਾਂ ਤੇ ਉਹ ਮੇਰੇ ਤੇ ਖੁਸ਼ ਹੋ ਜਾਵੇ। ਮੇਰੋ ਸੁੰਦਰ ਕਹ ਮਿਲੈ ਕਿਤ ਗਲੀ। ਦੱਸੋ ਭਾਈ ਉਹ ਸੁੰਦਰ ਪਰਮਾਤਮਾ ਜੋ ਹੈ ਕਿਸ ਗਲੀ ਵਿੱਚ ਜਾਣ ਕਰਕੇ, ਕਿਹੜਾ ਸਾਧਨ ਕਰਨ ਕਰਕੇ, ਕਿਹੜਾ ਕੰਮ ਕਰਨ ਕਰਕੇ ਜਾਂ ਕਿਹੜੀ ਸੇਵਾ ਕਰਨ ਕਰਕੇ ਮਿਲੇਗਾ ਤੇ ਮੈਂ ਫਿਰ ਉਹ ਸੇਵਾ ਕਰ ਲਵਾਂ, ਮੈਨੂੰ ਦੱਸਣਾ ਕਰੋ। ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੇ ਲਾਗ ਚਲੀ। ਹਰੀ ਦੇ ਸੰਤੋ ਮੈਨੂੰ ਵੀ ਰਸਤਾ ਦੱਸੋ, ਮੈਂ ਤੁਹਾਡੇ ਪਿੱਛੇ ਪਿੱਛੇ ਤੁਰੀ ਫਿਰਦੀ ਹਾਂ। ਪਿੱਛੇ ਪਿੱਛੇ ਤੁਰਨ ਤੋਂ ਭਾਵ ਹੁੰਦਾ ਵੀ ਤੁਹਾਡਾ ਬਚਨ ਮੰਨਦੀ ਹਾਂ, ਤੁਹਾਡੀ ਆਗਿਆ ਦੇ ਵਿੱਚ। ਐ ਸੰਤੋ ਐ ਮਹਾਤਮੋ ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਤਾਂ ਆਈ ਹਾਂ ਕਿਉਂਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਪਰਮਾਤਮਾ ਕਿਹੜੇ ਸਾਧਨ ਦੇ ਨਾਲ ਮਿਲੇਗਾ। ਤੇ ਮੈਂ ਤੁਹਾਡੀ ਹਰੇਕ ਆਗਿਆ ਮੰਨਦੀ ਪਈ ਹਾਂ, ਹਰੇਕ ਹੁਕਮ ਮੰਨਦੀ ਪਈ ਹਾਂ। ਤਾਂ ਮੰਨਿਆ ਵੀ ਤੁਸੀਂ ਮੇਰੇ ਤੇ ਖੁਸ਼ ਹੋ ਕੇ ਤੇ ਮੈਨੂੰ ਦੱਸ ਦਿਓ ਵੀ ਪਰਮਾਤਮਾ ਕਿਸ ਸਾਧਨ ਦੇ ਨਾਲ, ਕਿਸ ਤਰੀਕੇ ਦੇ ਨਾਲ, ਕਿਹੜੇ ਯਤਨ ਦੇ ਨਾਲ ਮਿਲਦਾ ਹੈ। ਰਹਾਓ ਪ੍ਰੇਮ
प्रेक बचन सुखाने हीरा ਇਹ ਚਾਲ ਬਣੀ ਹੈ ਭਲੀ। ਇਸ ਵੇਲੇ ਸਾਧੂ ਨੇ ਦੱਸਿਆ, ਮਹਾਤਮਾ ਨੇ ਦੱਸਿਆ, ਕਹਿਣ ਲੱਗੇ ਭਾਈ ਮੈਨੂੰ ਜਿਸ ਤਰ੍ਹਾਂ ਮਿਲਿਆ ਹੈ ਮੈਂ ਉਹ ਤਰੀਕਾ ਤੈਨੂੰ ਵੀ ਦੱਸ ਦਿੰਦਾ ਹਾਂ। ਤੇ ਜਗਿਆਸੂ ਨੇ ਸਿੱਖ ਨੇ ਹੱਥ ਜੋੜੇ, ਕਹਿਣ ਲੱਗਾ ਕਿਰਪਾ ਕਰਕੇ ਦੱਸੋ। ਤੇ ਫਿਰ ਸਤਿਗੁਰੂ ਮਹਾਰਾਜ ਫਰਮਾਉਂਦੇ ਪ੍ਰੇ ਕੇ ਬਚਨ ਸੁਖਾਨੇ ਹੀਅਰ। ਉਹ ਜਿਹੜਾ ਪਤੀ ਹੈ ਨਾ ਪਰਮਾਤਮਾ, ਉਹਦੇ ਬਚਨ ਮੇਰੇ ਮਨ ਨੂੰ ਬੜੇ ਚੰਗੇ ਲੱਗੇ ਨੇ। ਬਚਨ ਚੰਗੇ ਲੱਗਣੇ ਕੀ ਹੈ ਕਿ ਮੈਂ ਉਹਨੂੰ ਉਹਦੇ ਭਾਣੇ ਨੂੰ ਮੰਨਦਾ ਹਾਂ, ਮੈਨੂੰ ਉਹਦਾ ਭਾਣਾ ਮੰਨਣਾ ਚੰਗਾ ਲੱਗਾ ਹੈ। ਪਰਮਾਤਮਾ ਨੂੰ ਕਿਵੇਂ ਮਿਲਣਾ ਹੈ, ਇਹ ਸਵਾਲ ਸੀ ਵੀ ਕਿਹੜਾ ਸਾਧਨ ਕਰਾਂ ਵੀ ਰੱਬ ਮਿਲ ਜਾਵੇ। ਤੇ ਗੁਰੂ ਰਾਮਦਾਸ ਮਹਾਰਾਜ ਜੀ ਉੱਤਰ ਦਿੰਦੇ ਨੇ, ਕਹਿਣ ਲੱਗੇ ਜੇ ਪਰਮਾਤਮਾ ਨੂੰ ਮਿਲਣਾ ਚਾਹਣਾ ਤੇ ਸਾਰਿਆਂ ਤੋਂ ਪਹਿਲਾਂ ਇਹ ਕੰਮ ਕਰ ਵੀ ਉਹਦੇ ਭਾਣੇ ਵਿੱਚ ਰਹਿ। ਜੋ ਤੁਧ ਭਾਵੈ ਸਾਈ ਭਲੀ ਕਾਰ। ਪਰਮਾਤਮਾ ਜੋ ਤੈਨੂੰ ਭਾਉਂਦਾ, ਜੋ ਤੂੰ ਕਰਦਾ ਪਿਆ, ਉਹ ਸਭ ਤੋਂ ਚੰਗਾ ਕੰਮ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਭਾਣੇ ਵਿੱਚ ਰਹਿਣਾ ਜਿਨ੍ਹਾਂ ਨੇ ਸਿੱਖ ਲਿਆ ਹੈ, ਜਿਹੜੇ ਭਾਣਾ ਮੰਨਦੇ ਨੇ। ਤੇ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਨੇ ਬਚਨ ਵੀ ਕੀਤੇ ਨਾ, ਤੇਰਾ ਕੀਆ ਮੀਠਾ ਲੱਗੇ। ਇਹ ਹੈ ਭਾਣਾ। ਤੱਤੀ ਲੋਹ ਤੇ ਬੈਠੇ ਨੇ, ਤੱਤੀ ਤਵੀ ਤੇ ਬੈਠੇ, ਅੱਗ ਬਲਦੀ ਪਈ ਹੈ, ਪਰ ਕੀ ਆਖਿਆ ਇਹ ਤੇਰਾ ਭਾਣਾ ਹੈ। ਕਿਉਂਕਿ ਭਾਣਾ ਮੰਨਣ ਵਾਲਿਆਂ ਨੂੰ ਉਹ ਮਿਲਦਾ ਨਾ। ਜਿਨ੍ਹਾਂ ਨੇ ਮੰਨਿਆ ਹੀ ਨਹੀਂ, ਭਾਣਾ ਵੇਖ ਕੇ ਦੁੱਖ ਵੇਖ ਕੇ ਭੱਜ ਗਏ, ਉਹਨਾਂ ਨੂੰ ਥੋੜ੍ਹੀ ਮਿਲੇਗਾ। ਮਿਲਿਆ ਉਹਨਾਂ ਨੂੰ ਆ ਜਿਨ੍ਹਾਂ ਨੇ ਹੁਕਮ ਮੰਨਿਆ ਹੈ। ਤੇ ਹੁਕਮ ਮੰਨਿਆ ਭਾਈ ਮਨੀ ਸਿੰਘ ਵਰਗਿਆਂ ਨੇ, ਭਾਈ ਦਿਆਲਾ ਜੀ ਵਰਗਿਆਂ ਨੇ। ਮਹਾਰਾਜ ਕਹਿਣ ਲੱਗੇ ਪ੍ਰੇ ਕੇ ਬਚਨ ਸੁਖਾਨੇ ਹੀਅਰੈ। ਜੋ ਪ੍ਰੇ ਪਤੀ ਹੈ ਪਰਮਾਤਮਾ, ਉਹਦੇ ਜਿਹੜੇ ਬਚਨ ਨੇ, ਬਚਨ ਕੀ ਉਹਦਾ ਜਿਹੜਾ ਭਾਣਾ ਹੈ, ਜਿਨ੍ਹਾਂ ਨੂੰ ਹਿਰਦੇ ਵਿੱਚ ਭਾਣਾ ਮੰਨਣਾ ਚੰਗਾ ਲੱਗਾ ਹੈ। ਦੁੱਖ ਸੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਇਹ ਹੈ ਭਾਣਾ। ਦੁੱਖ ਆ ਗਿਆ ਤੇਰਾ ਹੁਕਮ ਹੈ, ਸੁੱਖ ਆ ਗਿਆ ਤੇਰਾ ਹੁਕਮ ਹੈ, ਮਾਨ ਮਿਲਿਆ ਵੀ ਤੇਰਾ ਹੁਕਮ ਹੈ, ਅਪਮਾਨ ਮਿਲਿਆ ਤੇਰਾ ਹੁਕਮ ਹੈ। ਜਿਨ੍ਹਾਂ ਦੀ ਅਵਸਥਾ ਇਹੋ ਜਿਹੀ ਬਣ ਗਈ ਹੈ। ਭਾਣਾ ਮੰਨਣਾ ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਵੀ ਭਾਣਾ ਮੰਨਦਾ ਹਾਂ, ਪਰ ਭਾਣੇ ਦਾ ਪਤਾ ਉਦੋਂ ਲੱਗਦਾ ਜਦੋਂ ਵਿਪਤਾ ਪੈਂਦੀ ਹੈ, ਜਦੋਂ ਸੰਕਟ ਆਉਂਦਾ ਹੈ, ਜਦੋਂ ਕਿਤੇ ਨਰਾਦਰੀ ਹੁੰਦੀ ਹੈ। ਜਦੋਂ ਮਾਣ ਮਿਲਿਆ, ਵਡਿਆਈ ਮਿਲੀ, ਉਦੋਂ ਤੇ ਸਾਰੇ ਆਖਣਗੇ ਮੈਂ ਭਾਣਾ ਮੰਨਦਾ ਹਾਂ, ਪਰ ਜਦੋਂ ਅਪਮਾਨ ਹੋਇਆ ਪਤਾ ਉਦੋਂ ਲੱਗਣਾ ਵੀ ਭਾਣਾ ਮੰਨਦਾ ਕਿ ਨਹੀਂ। ਸੁੱਖ ਦੇ ਵਿੱਚ ਤੇ ਸਾਰੇ ਹੀ ਕਹਿਣਗੇ ਮੈਂ ਭਾਣਾ ਮੰਨਦਾ ਹਾਂ, ਪਰ ਪਤਾ ਉਦੋਂ ਲੱਗੇਗਾ ਜਦੋਂ ਦੁੱਖ ਆਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਚਾਲ ਬਣੀ ਹੈ ਭਲੀ। ਇਹ ਹੈ ਸਭ ਤੋਂ ਚੰਗਾ ਤਰੀਕਾ, ਇਹ ਹੈ ਚੰਗੀ ਚਾਲ। ਜਿਹੜਾ ਪ੍ਰਮਾਤਮਾ ਦਾ ਭਾਣਾ ਮੰਨਣਾ ਭਾਈ, ਉਸ ਨੂੰ ਪ੍ਰਾਪਤ ਕਰਦਾ ਹੈ। ਲਟਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਾਲ ਢੁਲ ਮਿਲੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਠਾਕੁਰ ਹੈ ਨਾ ਪ੍ਰਮਾਤਮਾ, ਉਹਨੂੰ ਮਿਲਣ ਤੋਂ ਪਹਿਲਾਂ ਲਟਰੀ ਤੋਂ ਭਾਵ ਹੈ ਵੀ ਮੈਂ ਪਹਿਲਾਂ ਬਹੁਤ ਚੰਚਲ ਸੀ, ਚਲਾਕੀ ਵਾਲਾ ਸੁਭਾਅ। ਤੇ ਚਲਾਕ ਹੁੰਦਾ ਬਾਂਦਰ ਇੱਕ ਥਾਂ ਤੇ ਟਿਕਦਾ ਨਹੀਂ ਹੈ, ਚਲਾਕ ਹੁੰਦਾ ਕਾਂ ਇੱਕ ਥਾਂ ਤੇ ਬੈਠਦਾ ਨਹੀਂ ਹੈ। ਪਹਿਲਾ ਸੁਭਾਅ ਜਿਹੜਾ ਉਹ ਬਾਂਦਰ ਵਰਗਾ ਸੀ, ਕਾਂ ਵਰਗਾ ਸੀ, ਹਰ ਵੇਲੇ ਚੰਚਲਤਾਈ, ਹਰ ਵੇਲੇ ਸਿਆਣਪ, ਹਰ ਵੇਲੇ ਚਤੁਰਾਈ ਕਰਨੀ। ਲਟਰੀ ਤੋਂ ਭਾਵ ਹੈ ਚਲਾਕ ਹੋ ਜਾਣਾ, ਚੰਚਲ ਹੋ ਜਾਣਾ। ਤੇ ਮਦਰੀ ਤੋਂ ਭਾਵ ਹੈ ਸ਼ੁਭ ਗੁਣਾ ਤੋਂ ਰਹਿਤ ਹੋ ਜਾਣਾ। ਚੰਗਾ ਗੁਣ ਹੋਣਾ ਹੀ ਕੋਈ ਨਾ, ਹੋਣੇ ਸਾਰੇ ਅਵਗੁਣ, ਪਰ ਆਪਣੇ ਅਵਗੁਣਾਂ ਨੂੰ ਦੁਨੀਆ ਵਿੱਚ ਇਸ ਤਰ੍ਹਾਂ ਪੇਸ਼ ਕਰਨਾ ਵੀ ਇਹ ਮੇਰਾ ਗੁਣ ਹੈ। ਚਤਰਾਈ ਦੇ ਨਾਲ ਕਿਸੇ ਨੂੰ ਦੁੱਖ ਦਿੱਤਾ ਹੈ, ਕਿਸੇ ਦਾ ਘਰ ਤੋੜਿਆ, ਕਿਸੇ ਦੇ ਘਰੇ ਚੁਗਲੀ ਲਾਈ ਹੈ ਤੇ ਅਵਗੁਣ। ਚਤਰਾਈ ਦੇ ਨਾਲ ਪਹਿਲਾਂ ਉਹ ਕੰਮ ਕਰ ਲਿਆ, ਫਿਰ ਉਸ ਚਤਰਾਈ ਨੂੰ ਦੁਨੀਆ ਵਿੱਚ ਗੁਣ ਬਣਾ ਕੇ ਦੱਸਿਆ ਵੀ ਇਹ ਮੇਰੇ ਵਿੱਚ ਗੁਣ ਹੈ, ਮੈਂ ਇਹ ਕੁਝ ਕਰ ਸਕਦਾ ਹਾਂ। ਪਾਤਸ਼ਾਹ ਕਹਿਣ ਲੱਗੇ ਗੁਣ ਨਹੀਂ ਸੀ, ਅਵਗੁਣ ਸੀਗਾ, ਪਰ ਤੂੰ ਇਸ ਨੂੰ ਗੁਣ ਸਮਝ ਲਿਆ। ਮਦਰੀ ਤੋਂ ਭਾਵ ਸ਼ੁਭ ਗੁਣਾ ਤੋਂ ਰਹਿਤ ਹੋ ਜਾਣਾ। ਚੰਗਾ ਗੁਣ ਹੋਣਾ ਕੋਈ ਨਾ, ਹੋਣੇ ਕੋਲ ਅਵਗੁਣ, ਪਰ ਅਵਗੁਣਾਂ ਨੂੰ ਵੀ ਕਹਿਣਾ ਵੀ ਇਹ ਮੇਰਾ ਗੁਣ ਹੈ। ਮੈਂ ਜਿੱਥੇ ਚੋਰੀ ਕਰ ਲਵਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈ। ਦੱਸਦਾ ਪਿਆ ਸਿਆਣਪ, ਮੈਨੂੰ ਚੋਰੀ ਕਰਨਾ ਦਾ ਬੜਾ ਤਰੀਕਾ ਹੈ, ਪਰ ਹੈ ਤੇ ਅਵਗੁਣ, ਹੈ ਤੇ ਮਾੜਾ ਕੰਮ ਵੀ ਮੈਂ ਚੋਰੀ ਕਰਦਾ, ਪਤਾ ਨਹੀਂ ਲੱਗਣ ਦਿੰਦਾ ਕਿਸੇ ਨੂੰ। ਮੈਂ ਚੁਗਲੀ ਲਾਉਂਦਾ ਹਾਂ ਤੇ ਮੇਰੀ ਚੁਗਲੀ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ। ਮੈਂ ਕਿਸੇ ਦਾ ਮਾੜਾ ਕਰਦਾ, ਮੇਰੇ ਮਾੜਾ ਕਰਨ ਦਾ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ ਹੈ। ਪਾਤਸ਼ਾਹ ਕਹਿਣ ਲੱਗੇ ਹੈਗੇ ਅਵਗੁਣ ਸੀ, ਪਰ ਉਹਨਾਂ ਨੂੰ ਗੁਣ ਬਣਾ ਬਣਾ ਕੇ ਪ੍ਰਸਤੁਤ ਕਰਦਾ ਹੈ ਵੀ ਮੇਰੇ ਵਿੱਚ ਗੁਣ ਹੈ।
ਲਟਰੀ ਮਧੁਰੀ ਠਾਕੁਰ ਭਾਈ। ਪਰ ਜਿਸ ਵੇਲੇ ਠਾਕੁਰ ਪਰਮਾਤਮਾ ਨੂੰ ਭਾ ਗਈ, ਚੰਗੀ ਲੱਗੀ, ਤੇ ਪਾਤਸ਼ਾਹ ਕਹਿਣ ਲੱਗੇ ਉਹ ਸੁੰਦਰ ਹਾਰ ਢੋਲ ਮਿਲੀ। ਉਹ ਜਿਹੜਾ ਪਰਮਾਤਮਾ ਨਾ ਬੜਾ ਸੁੰਦਰ ਹੈ, ਸੁੰਦਰ ਸਰੂਪ ਵਾਲਾ ਹੈ। ਤੇ ਫਿਰ ਉਸ ਪਰਮਾਤਮਾ ਨੂੰ ਇਹ ਔਗਣ ਲਾ ਕੇ ਦੂਰ ਕਰਕੇ ਤੇ ਫਿਰ ਉਸ ਨੂੰ ਮਿਲ ਗਈ। ਹਾਂ ਇੱਕ ਪਿਓ ਸਖੀਆਂ ਸਭ ਪ੍ਰੇ ਕੀ, ਜੋ ਭਾਵੇ ਪਿਰ ਸਾ ਭਲੀ। ਸਤਿਗੁਰੂ ਕਹਿਣ ਲੱਗੇ ਏਕੋ ਪ੍ਰੇ, ਏਕੋ ਪ੍ਰਿਓ। ਪਤੀ ਪਰਮਾਤਮਾ ਤੇ ਇੱਕ ਹੀ ਹੈ ਸਾਰੀ ਜਨਤਾ ਦਾ, ਸਾਰੇ ਸੰਸਾਰ ਦਾ। ਤੇ ਅਗਲਾ ਬਚਨ ਆ ਗਿਆ ਸਖੀਆਂ ਸਭ ਪ੍ਰੇ ਕੀ। ਇਹ ਜਿੰਨੀਆਂ ਜੀਵ ਰੂਪ ਇਸਤਰੀਆਂ ਸਾਰੀਆਂ ਪਰਮਾਤਮਾ ਦੀਆਂ, ਤੇ ਪਰਮਾਤਮਾ ਇਹਨਾਂ ਸਾਰਿਆਂ ਦਾ ਪਤੀ ਹੈ। ਪਰ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਜੋ ਭਾਵੈ ਪਿਰ ਸਾ ਮਿਲੀ। ਜਿਹੜੀ ਉਹਨੂੰ ਭਾਵੇਗੀ ਮਿਲਣਾ ਉਹਨੇ ਉਹਨੂੰ ਹੀ ਹੈ। ਬਣਾਏ ਸਾਰੇ ਹੀ ਪਰਮਾਤਮਾ ਨੇ ਆ, ਸਾਰਿਆਂ ਦਾ ਮਾਲਕ ਹੈ ਪਰਮਾਤਮਾ, ਬਣਾਏ ਸਾਰੇ ਉਹਨੇ ਨੇ। ਪਰ ਮਿਲੇਗਾ ਉਹਨੂੰ ਕੌਣ? ਉਹਨੂੰ ਉਹ ਮਿਲੇਗਾ ਜਿਹੜਾ ਉਹਨੂੰ ਭਾ ਜਾਏਗਾ, ਚੰਗਾ ਲੱਗੇਗਾ। ਤੇ ਭਾਵੇਗਾ ਉਹਨੂੰ ਉਹ ਜਿਹਨੇ ਉਹਦਾ ਭਾਣਾ ਮੰਨਿਆ, ਜਿਹਨੇ ਉਹਦਾ ਕਹਿਣਾ ਮੰਨਿਆ। ਜਿਹੜਾ ਹਰ ਵੇਲੇ ਨਾ ਕਰਦਾ, ਹਰ ਵੇਲੇ ਕੋਈ ਨਾ ਕੋਈ ਕਾਨ ਕਨੌੜ ਕਰਦਾ, ਹਰ ਵੇਲੇ ਕੋਈ ਨਾ ਕੋਈ ਹੁਸ਼ਿਆਰੀ ਤੇ ਚਲਾਕੀ ਵਰਤਦਾ, ਉਹ ਨਹੀਂ ਭਾਵੇਗਾ। ਭਾਵੇਗਾ ਜਿਹੜਾ ਉਹ ਮਿਲੇਗਾ। ਏਕੋ ਪ੍ਰਿਓ, ਬਣਾਉਣ ਵਾਲਾ ਪਤੀ ਪਰਮਾਤਮਾ ਇੱਕ ਹੀ ਹੈ। ਤੇ ਸਖੀਆਂ ਸਭ ਪ੍ਰੇ ਕੀ। ਇਹ ਜਿੰਨੀਆਂ ਜੀਵ ਰੂਪ ਇਸਤਰੀਆਂ ਸਾਰੀਆਂ ਰੱਬ ਦੀਆਂ। ਪਰ ਇਹ ਜੀਵ ਇਸਤਰੀ ਮਿਲੇਗੀ ਉਹ ਜਿਹੜੀ ਪਰਮਾਤਮਾ ਨੂੰ ਭਾ ਜਾਂਦੀ, ਚੰਗੀ ਲੱਗਦੀ ਹੈ। ਨਾਨਕ ਗਰੀਬ ਕਿਆ ਕਰੈ ਵਿਚਾਰਾ, ਹਰ ਭਾਵੇ ਤਿਤ ਰਾਹੇ ਚਲੀ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਕਿ ਨਾਨਕ ਗਰੀਬ ਕਿਆ ਕਰੇ ਵਿਚਾਰਾ। ਇਹ ਵਿਚਾਰਾ ਜੀਵ ਕੀ ਕਰ ਸਕਦਾ ਹੈ? ਇਹਦੇ ਕੋਲੋਂ ਕੁਝ ਨਹੀਂ ਹੁੰਦਾ ਹੈ, ਕੁਝ ਕਰ ਨਹੀਂ ਸਕਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਹਰ ਭਾਵੈ ਤਿਤ ਰਾਹੇ ਚੱਲੀ। ਰੱਬ ਨੂੰ ਜਿਸ ਪਾਸੇ ਭਾਵੇਗਾ ਜੀਵ ਉਸ ਪਾਸੇ ਹੀ ਚੱਲੇਗਾ। ਜੀਵਾਂ ਨੂੰ ਜਿਸ ਪਾਸੇ ਲਾਉਣ ਵਾਲਾ ਉਹ ਆਪ ਹੈ, ਮਰਜ਼ੀ ਦਾ ਮਾਲਕ। ਜਿੱਧਰ ਨੂੰ ਚਾਹਵੇ, ਜਿੱਧਰ ਨੂੰ ਲਾਉਣਾ ਚਾਹਵੇ ਉਧਰ ਨੂੰ ਲਾ ਸਕਦਾ ਹੈ। ਐਸਾ ਉਹ ਸਮਰੱਥ ਹੈ ਭਾਈ, ਆਪਣੀ ਮਰਜ਼ੀ ਦਾ ਮਾਲਕ ਹੈ। ਜਿੱਧਰ ਨੂੰ ਕਿਸੇ ਨੂੰ ਲਾਉਣਾ ਚਾਹੁੰਦਾ ਜਾਂ ਜਿੱਧਰ ਨੂੰ ਕਿਸੇ ਨੂੰ ਲਾਉਂਦਾ, ਇਹ ਜੀਵ ਉਧਰ ਨੂੰ ਜਾਂਦੇ, ਉਧਰ ਨੂੰ ਚੱਲਦੇ। ਇਹ ਜੀਵ ਵਿਚਾਰਾ ਕਰ ਵੀ ਕੀ ਸਕਦਾ ਹੈ? ਕਿਉਂਕਿ ਨਿਰੰਕਾਰ ਦੇ ਅੱਗੇ ਇਸ ਜੀਵ ਦਾ ਜ਼ੋਰ ਨਹੀਂ ਹੈ। ਤੇ ਪਾਤਸ਼ਾਹ ਕਹਿਣ ਲੱਗੇ ਉਹਦੇ ਅੱਗੇ ਤੇ ਫਰਿਆਦ ਕਰਨੀ ਬਣਦੀ ਹੈ। ਜੇ ਫਰਿਆਦ ਕਰੇਗਾ ਤੇ ਉਹ ਸਫਲ ਹੀ ਹੋਵੇਗੀ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ। ਗੁਰੂ ਰਹਿਮਤ ਕਰੇ ਉਪਦੇਸ਼ ਹਿਰਦੇ ਵਸੇ। ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਏਕੋ ਪ੍ਰਿਓ ਸਖੀਆਂ ਸਭ ਪ੍ਰੇ ਕੀ, ਜੋ ਭਾਵੇ ਪਿਰ ਸਾ ਭਲੀ। ਨਾਨਕ ਗਰੀਬ ਕਿਆ ਕਰੈ ਵਿਚਾਰਾ, ਹਰ ਭਾਵੇ ਤਿਤ ਰਾਹੇ ਚਲੀ। ਵਾਹਿਗੁਰੂ ਜੀ ਕਾ